ਵਿਜ਼ਨ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਚਰਚਾ ਕੇਂਦਰ ਔਰ ਪੰਜਾਬ ਸਰਕਾਰ ਦੇ ਆਡੇ ਦੀ ਇੱਕ ਵਾਰ ਫਿਰ ਕੇਂਦਰ ਔਰ ਪੰਜਾਬ ਸਰਕਾਰ ਕਈ ਮਾਮਲਿਆਂ 'ਚ ਪੇਚ ਫਸੇ ਨਜ਼ਰ ਆ ਰਹੇ ਨੇ, ਖਾਸ ਕਰਕੇ ਅਫਸਰਾਂ ਦੀਆਂ ਬਦਲੀਆਂ ਨੂੰ ਲੈ ਕੇ, ਉਹਨਾਂ ਦੀਆਂ ਤਰੱਕੀਆਂ ਨੂੰ ਲੈ ਕੇ। ਉਹਨਾਂ ਦੀ ਤਰੱਕੀਆਂ ਨੂੰ ਲੈ ਕੇ ਕੇਂਦਰ ਪੁੱਛ ਰਿਹਾ ਕਿ ਕਿਹੜੀਆਂ ਤਰੱਕੀਆਂ ਤੁਸੀਂ ਆਪ ਮੁਹਾਰੇ ਕੀਤੀਆਂ। ਬੇਸ਼ੱਕ ਇਹ ਕੈਪਟਨ ਦੇ ਕਾਰਜਕਾਲ ਦਾ, ਚੰਨੀ ਦੇ ਕਾਰਜਕਾਲ ਦਾ ਸਮਾਂ ਹੋਵੇ, ਪਰ ਹੁਣ ਵਾਲੀ ਸਰਕਾਰ ਨੂੰ ਸਵਾਲ ਆ ਰਹੇ ਨੇ। ਉਹਨਾਂ ਸਵਾਲਾਂ ਦੇ ਜਵਾਬ ਕਿਵੇਂ ਦਿੱਤੇ ਜਾਣਗੇ ਜਾਂ ਕਿਹੜੇ ਮਾਮਲੇ ਦੇ ਵਿੱਚ ਅਫਸਰ ਘਿਰ ਸਕਦੇ ਨੇ, ਸਰਕਾਰ ਘਿਰ ਸਕਦੀ ਹੈ, ਚਰਚਾ ਹੈ। ਤੇ ਇਸ ਦੇ ਨਾਲ ਹੀ ਚਰਚਾ ਇੱਕ ਵਾਰ ਫਿਰ ਉਹਨਾਂ ਫੰਡਾਂ ਨੂੰ ਲੈ ਕੇ ਹੋਈ ਜਿਹੜੀ ਪੇਂਡੂ ਵਿਕਾਸ ਲਈ ਆਉਂਦੇ ਨੇ ਤੇ ਉਹ ਪੈਸੇ ਕਿਤੇ ਹੋਰ ਖਰਚੇ ਜਾਂਦੇ ਨੇ, ਉਸ ਨੂੰ ਲੈ ਕੇ ਕੇਂਦਰ ਵੱਲੋਂ ਪੈਸੇ ਰੋਕ ਲਏ ਗਏ ਸੀ ਤੇ ਹੁਣ ਫਿਰ ਪੰਜਾਬ ਦੀ ਵਿਧਾਨ ਸਭਾ 'ਚ ਹਵਾਲਾ ਦਿੱਤਾ ਗਿਆ ਭਗਵੰਤ ਮਾਨ ਦੀ ਸਰਕਾਰ ਵੱਲੋਂ ਤੇ ਉਸ ਹਵਾਲੇ ਨੂੰ ਪੈਸੇ ਦੁਬਾਰਾ ਮੰਗੇ ਗਏ ਨੇ। ਕੀ ਕੇਂਦਰ ਤੋਂ ਫੰਡ ਆਉਣਗੇ ਜਾਂ ਨਹੀਂ ਆਉਣਗੇ, ਇਹ ਮਾਮਲਾ ਵੀ ਚਰਚਾ ਵਿੱਚ। ਤੇ ਚਰਚਾ 'ਚ ਨਵੇਂ ਸਿਹਤ ਮੰਤਰੀ ਤੇ ਨਵੇਂ ਸਿਹਤ ਮੰਤਰੀ ਵੱਲੋਂ ਮਾਰੇ ਗਏ ਛਾਪੇ ਤੇ ਛਾਪਿਆਂ ਤੋਂ ਬਾਅਦ ਹੁੰਦੀ ਕਾਰਵਾਈ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰੇਲੂ ਰਿਸ਼ਤੇਦਾਰਾਂ ਵੱਲੋਂ ਮੰਗੀਆਂ ਜਾ ਰਹੀਆਂ ਆਪ ਮੁਹਾਰੇ ਪਹਿਲਾਂ ਹੀ ਨੌਕਰੀ ਤੋਂ ਲਾਂਭੇ ਹੋਣ ਦੀਆਂ ਅਰਜ਼ੀਆਂ, ਉਹਦੀ ਚਰਚਾ। ਸੋ ਇਹ ਸਾਰੇ ਪਹਿਲੂਆਂ 'ਤੇ ਚਰਚਾ ਕਰਾਂਗੇ। ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜੀ ਸਾਡੇ ਨਾਲ ਨੇ। ਛਿੱਬਰ ਬਾਈ ਸਵਾਗਤ ਕਰਦੇ ਹਾਂ। ਧੰਨਵਾਦ ਛਿੱਬਰ ਬਾਈ ਜੀ, ਮੈਂ ਪਹਿਲਾਂ ਉਹ ਤਰੱਕੀਆਂ ਵਾਲਾ ਮਾਮਲਾ ਜਾਣਨਾ ਚਾਹੁੰਦਾ ਕਿ ਪਿਛਲੇ ਕੁਝ ਸਾਲਾਂ ਤੋਂ ਕਹਿੰਦੇ ਪੰਜਾਬ ਦੇ ਵਿੱਚ ਅਫਸਰਸ਼ਾਹੀ ਨੂੰ ਆਪ ਮੁਹਾਰੇ ਤਰੱਕੀਆਂ ਦਿੱਤੀਆਂ ਤੇ ਹੁਣ ਕੇਂਦਰ ਪੁੱਛ ਰਿਹਾ ਕਿ ਸਾਡੀ ਮਨਜ਼ੂਰੀ ਤੋਂ ਬਿਨਾਂ ਤਰੱਕੀਆਂ ਕਿਵੇਂ। ਕੀ ਕੇਂਦਰ ਕੋਲ ਇਹ ਅਧਿਕਾਰ ਸੀ ਜਾਂ ਕੇਂਦਰ ਦੇ ਅਧਿਕਾਰਾਂ ਦੀ ਕੋਈ ਉਲੰਘਣਾ ਹੋਈ ਆ ਜਾਂ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਹਦਾ ਖਮਿਆਜ਼ਾ ਹੁਣ ਭਗਵੰਤ ਮਾਨ ਹੋਰਾਂ ਨੂੰ ਭੁਗਤਣਾ ਪੈ ਰਿਹਾ? ਕੀ ਆ ਪੂਰਾ ਮਾਮਲਾ? ਦੀਪਕ ਜੀ, ਸਹੀ ਮਾਇਨੇ ਦੇ ਵਿੱਚ ਤਾਂ ਜਿਹੜਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿੱਥੇ ਕਿਤੇ ਵੀ ਖਜ਼ਾਨੇ ਦਾ ਨੁਕਸਾਨ ਹੁੰਦਾ ਹੈ ਉਹ ਆਪਾਂ ਨੂੰ ਇਹ ਲੱਗ ਰਿਹਾ ਹੈ ਕਿ ਖਾਸ ਕਰਕੇ ਮੈਨੂੰ ਕਿ ਉਹ ਸਾਡੀਆਂ ਜੇਬਾਂ 'ਚੋਂ ਜਾ ਰਿਹਾ ਹੈ, ਕਿਉਂਕਿ ਖਜ਼ਾਨੇ ਦੇ ਵਿੱਚ ਜਿਹੜਾ ਪੈਸਾ ਜਮ੍ਹਾਂ ਹੋਣਾ ਵੱਖ-ਵੱਖ ਰੂਪਾਂ ਦੇ ਵਿੱਚ ਜਿਹੜਾ ਟੈਕਸ ਲਾਇਆ ਜਾਂਦਾ ਉਹ ਲੋਕਾਂ ਦਾ ਪੈਸਾ ਹੈ। ਲੋਕਾਂ ਦੇ ਪੈਸੇ ਨੂੰ ਚਾਹੇ ਬਿਊਰੋਕ੍ਰੇਸੀ ਆ ਚਾਹੇ ਪੋਲੀਟੀਸ਼ੀਅਨ ਆ, ਪੂਰੇ ਖੁੱਲ੍ਹਦਿਲੀ ਨਾਲ ਲੁੱਟ ਰਹੇ ਨੇ। ਲੋਕ ਵਿਚਾਰੇ ਉੱਥੀ ਖੜੇ ਨੇ, ਲੋਕਾਂ ਦਾ ਉਹੀ ਜੀਣੇ ਦਾ ਜਿਹੜਾ ਹਾਲ ਬਣਿਆ ਹੋਇਆ। ਜਿੱਥੇ ਤੱਕ ਤੁਸੀਂ ਤਰੱਕੀਆਂ ਦੀ ਗੱਲ ਕੀਤੀ ਆ, ਜਿਹੜੀ ਭਾਰਤ ਸਰਕਾਰ ਦੀ ਜਿਹੜੀ ਇੱਕ ਏਜੰਸੀ ਆ ਜਿਹਨੂੰ ਆਪਾਂ ਕੈਗ ਕਹਿੰਦੇ ਆ, ਉਹ ਹਰ ਸਾਲ ਇੱਕ ਰਿਪੋਰਟ ਆ ਜਿਹੜੀ ਉਹ ਪੇਸ਼ ਕਰਦੀ ਆ, ਅਲੱਗ-ਅਲੱਗ ਵਿਭਾਗਾਂ ਦਾ ਉਹ ਆਡਿਟ ਕਰਦੀ ਆ। ਇਸ ਸਾਲ ਵੀ ਜਿਹੜਾ ਬਜਟ ਸੈਸ਼ਨ ਹੋਇਆ ਉਹਦੇ ਵਿੱਚ ਕੈਗ ਨੇ ਆਪਣੀ ਰਿਪੋਰਟ ਪੇਸ਼ ਕੀਤੀ ਆ ਕਿ 2014 ਤੋਂ ਲੈ ਕੇ 2018 ਦੇ ਦਰਮਿਆਨ ਵਿੱਚ ਕੁਝ ਪੁਲਿਸ ਅਫਸਰਾਂ ਦੀਆਂ ਤਰੱਕੀਆਂ 2016 ਤੋਂ ਬਾਅਦ ਹੋਈਆਂ, ਜਾਣੀ ਕਿ 2014 ਤੋਂ ਲੈ ਕੇ 2018-16 ਵਿੱਚ ਸਾਲ ਆ ਗਏ। ਇਹਦੇ ਵਿੱਚ ਜਿਹੜੀਆਂ ਉਦੋਂ ਦੀ ਸਰਕਾਰ ਸੀ ਉਹਨਾਂ ਨੇ ਜਿਹੜੀਆਂ ਐਕਸਕਾਟਰ ਦੀਆਂ ਪੋਸਟਾਂ ਸੀਗੀਆਂ ਉਹਦੇ ਵਿੱਚ ਉਹਨਾਂ ਅਧਿਕਾਰੀਆਂ ਨੂੰ ਤਰੱਕੀਆਂ ਦੇ ਦਿੱਤੀਆਂ ਜਿਹੜੀਆਂ ਕਿ ਭਾਰਤੀ ਸੇਵਾ ਨਿਯਮਾਵਲੀ ਦੇ ਪੇ ਨਿਯਮ 2016 ਦੇ ਖਿਲਾਫ ਸੀਗੀਆਂ, ਉਹ ਦਿੱਤੀਆਂ ਨਹੀਂ ਸੀ ਜਾ ਸਕਦੀਆਂ। ਇਹ ਹੈ ਕੀ ਆ ਮਾਮਲਾ, ਇਹ ਕਿਉਂ ਤਰੱਕੀਆਂ ਦਿੱਤੀਆਂ ਜਾਂਦੀਆਂ? ਤੇ ਕਿਉਂਕਿ ਟੈਕਨੀਕਲ ਮਾਮਲਾ ਉਹਦੇ ਵਿੱਚ ਇਹ ਹੈ ਵੀ ਮੰਨ ਲਓ ਕਿਸੇ ਸਰਕਾਰ ਨੇ ਕਿਸੇ ਆਪਣੇ ਚਹੇਤੇ ਅਧਿਕਾਰੀ ਨੂੰ ਜਾਂ ਇਹ ਕਹਿ ਲਓ ਕਿ ਇੱਕ ਹੇਠਲੇ ਪੱਧਰ ਦਾ ਜਿਹੜਾ ਅਧਿਕਾਰੀ ਆ ਉਹਨੂੰ 5 7 8 ਬੰਦਿਆਂ ਨੂੰ ਕ੍ਰਾਸ ਕਰਕੇ ਮੁੱਖ ਸਕੱਤਰ ਲਾਉਣਾ ਜਾਂ ਜਿਵੇਂ DGP ਲਾਉਣਾ, ਆਪਾਂ ਉਦਾਹਰਨ ਦੇ ਦਿੰਦੇ ਆ ਜੀ, ਜਾਂ DGP ਲਾਉਣਾ ਜਾਂ ਮੁੱਖ ਸਕੱਤਰ ਲਾਉਣਾ। ਫਿਰ ਇਹ ਕੀ ਕਰਦੇ ਆ, ਜਿਹੜੇ ਨਾਲ ਦੇ ਦੂਜੇ ਜਿਹੜੇ ਅਧਿਕਾਰੀ ਨੇ, ਸੀਨੀਅਰ ਅਧਿਕਾਰੀ ਨੇ ਜਾਂ ਉਹਨਾਂ ਦੇ ਹਾਣ ਦੇ ਅਧਿਕਾਰੀ ਨੇ, ਉਹਨਾਂ ਸਾਰਿਆਂ ਨੂੰ ਇੱਕ ਸਟੈਪ ਚੱਕ ਕੇ ਪ੍ਰਮੋਸ਼ਨ ਦੇ ਦਿੰਦੇ। ਬਿਲਕੁਲ। ਜਦ ਕਿ ਇਹ ਕੈਗ ਨੇ ਸਿੱਧਾ ਸਵਾਲ ਕੀਤਾ ਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਧਿਕਾਰੀ ਨੂੰ ਤਰੱਕੀ ਨਹੀਂ ਦਿੱਤੀ ਜਾ ਸਕਦੀ। ਜੇਕਰ ਸੂਬਾ ਸਰਕਾਰ ਅਜਿਹਾ ਕਰਦੀ ਆ ਤਾਂ ਉਹ ਤਰੱਕੀ ਆ ਜਿਹੜੀ ਰੱਦ ਸਮਝੀ ਜਾਵੇਗੀ। ਪਰ ਨਾ ਤਾਂ ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ ਗਈ ਆ, ਨਾ ਹੀ ਕਿਸੇ ਨੇ ਉਹ ਤਰੱਕੀਆਂ ਨੂੰ ਰੱਦ ਕਰਨ ਵਾਸਤੇ। ਕੈਪਟਨ ਦੇ ਟਾਈਮ 'ਚ ਹੋਇਆ ਜ਼ਿਆਦਾ ਕੰਮ, ਕੈਪਟਨ ਦੇ ਸਰਕਾਰ 'ਚ ਵੀ ਹੋਇਆ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਸਰਕਾਰ 'ਚ ਵੀ ਹੋਇਆ ਕੀ ਹੈ ਕਿ ਪਿਛਲੀਆਂ ਜਿਸ ਤਰ੍ਹਾਂ ਹੁਣ ਇਹਨਾਂ ਨੇ ਮੁੱਖ ਸਕੱਤਰ ਲਾਇਆ ਸੀਗਾ ਤਾਂ ਉਹਨਾਂ ਦੇ ਨਾਲ ਦੇ ਜਿਹੜੇ 5-6 ਅਧਿਕਾਰੀ ਸੀਗੇ ਉਹਨਾਂ ਨੂੰ ਸਟੈਪ ਵਧਾ ਕੇ ਸਪੈਸ਼ਲ ਜਿਹੜਾ ਪ੍ਰਮੁੱਖ ਸਕੱਤਰ ਦਾ ਜਿਹੜਾ ਰੈਂਕ ਆ ਉਹ ਦਿੱਤਾ ਗਿਆ। ਇੱਦਾਂ ਹੀ ਜਿਹੜੇ DGP ਦਫ਼ਤਰ ਦੇ ਵਿੱਚ ਜਦੋਂ ਇੱਕ ਹੇਠਲੇ ਪੱਧਰ ਦੇ ਅਧਿਕਾਰੀ ਨੂੰ DGP ਤੱਕ ਰੈਂਕ ਦਿੱਤਾ ਗਿਆ ਤਾਂ ਕੁਝ ਹੋਰ ਅਧਿਕਾਰੀ ਆ ਜਿਹੜੇ 6 ਅਧਿਕਾਰੀ ਉਹਨਾਂ ਨੂੰ ਵੀ DGP ਦਾ ਰੈਂਕ ਦੇ ਦਿੱਤਾ ਗਿਆ। ਇਹਦੇ ਨਾਲ 10 ਕਰੋੜ 36 ਲੱਖ ਰੁਪਈਆ, ਦੇਖੋ 10 ਕਰੋੜ 36 ਲੱਖ ਰੁਪਈਆ ਪੰਜਾਬ ਦੇ ਖਜ਼ਾਨੇ ਤੇ ਬੋਝ ਪਿਆ। ਉਹ ਕਿਹਦਾ ਪੈਸਾ ਹੈ? ਤਾਂ ਲੋਕਾਂ ਦਾ ਪੈਸਾ ਨਾ। ਅਧਿਕਾਰੀ ਤਾਂ ਆਪਣੀਆਂ ਤਨਖਾਹਾਂ ਦੇ ਰੂਪ ਦੇ ਵਿੱਚ ਲੈ ਗਏ। ਜਦੋਂ ਤੁਸੀਂ ਇਹ ਗੱਲ ਕਹਿ ਰਿਹਾ ਕਿ ਪੰਜਾਬ 3.25 ਲੱਖ ਕਰੋੜ ਦੇ ਕਰਜ਼ੇ ਹੇਠ ਦੱਬਿਆ,
ਮੈਂ ਇਸੇ ਕਰਕੇ ਉੱਥੋਂ ਗੱਲ ਸ਼ੁਰੂ ਵੀ ਜਦੋਂ ਅਸੀਂ ਕਹਿ ਰਹੇ ਕਿ ਪੌਣੇ 3 ਲੱਖ ਕਰੋੜ ਦੇ ਕਰਜ਼ੇ ਹੇਠ ਪੰਜਾਬ ਡੁੱਬਿਆ ਹੋਇਆ ਹੈ, ਫਿਰ ਅਧਿਕਾਰੀ ਵੀ ਪੋਲੀਟੀਸ਼ੀਅਨ ਵੀ ਰੱਜ ਕੇ ਮਨਮਰਜ਼ੀਆਂ ਕਰ ਰਹੇ ਨੇ। ਇਹ ਤਾਂ ਅੱਜ ਦਾ ਇੱਕ ਹੋਰ ਰਿਪੋਰਟ ਆਈ ਸੀਗੀ, ਉਹ ਵੀ ਤੁਹਾਡੇ ਧਿਆਨ 'ਚ ਹੋਣੀ ਆ। ਉਹਦੇ ਵਿੱਚ ਵੀ ਇਹ ਹੈ ਕਿ ਜਿਹੜੀਆਂ ਵੱਖ-ਵੱਖ ਨਗਰ ਨਿਗਮ ਹੈ, 49 ਦੇ ਕਰੀਬ ਨਿਗਮ ਤੇ ਨਗਰ ਕੌਂਸਲਾਂ, ਐਦਾਂ ਹੀ ਕੁਝ ਯੂਨੀਵਰਸਿਟੀਆਂ, ਉਹਨਾਂ ਨੇ ਜਿਹੜੀਆਂ ਸਮਝੌਤੇ ਕੀਤੇ ਜਾਂਦੇ ਆ, ਲੀਜ਼ ਪਰ ਜ਼ਮੀਨ ਦਿੱਤੀ ਜਾਂਦੀ ਆ ਜਾਂ ਨਗਰ ਕੌਂਸਲਾਂ ਨੇ ਟਾਵਰ ਲਾਉਣ ਵਾਸਤੇ ਸਮਝੌਤੇ ਕੀਤੇ ਸੀਗੇ। ਉਹਨਾਂ ਸਮਝੌਤਿਆਂ ਦੇ ਵਿੱਚ ਲੀਜ਼ ਜਿਹੜੀ ਕੀਤੀ ਸੀਗੀ ਉਹ ਵੀ ਉਹਨਾਂ ਨੇ ਰਜਿਸਟਰਡ ਨਹੀਂ ਕਰਾਏ। 1478 ਦੇ ਕਰੀਬ, ਅੱਛਾ ਜੀ, 1500 ਸਮਥਿੰਗ ਸਮਝੌਤੇ ਕੀਤੇ ਸੀਗੇ, ਜਿਨ੍ਹਾਂ ਦੇ ਵਿੱਚ 1478 ਦੇ ਕਰੀਬ ਰਜਿਸਟਰਡ ਨਹੀਂ ਕਰਾਏ। ਉਹ ਰਜਿਸਟਰਡ ਨਾ ਕਰਾਉਣ ਕਰਕੇ ਹੀ 24 ਲੱਖ ਕਰੋੜ ਰੁਪਏ ਤੋਂ ਵੱਧ ਦਾ ਜਿਹੜੀ ਕਿ ਸਰਕਾਰੀ ਖਜ਼ਾਨੇ ਦਾ ਨੁਕਸਾਨ ਹੋ ਗਿਆ। ਇਹ ਕਿਹਾ ਜਾ ਰਿਹਾ ਕਿ ਪੰਜਾਬ ਕਰਜ਼ਈ ਹੋ ਰਿਹਾ ਹੈ, ਪੰਜਾਬ ਪਰ ਕਰਜ਼ੇ ਦੀ ਬੋਝ ਆ, ਪਰ ਹੋ ਕਿਆ ਰਿਹਾ ਕਿ ਅਫਸਰ ਵੀ ਪੂਰੀ ਤਰ੍ਹਾਂ ਨਾਲ ਲਾਪਰਵਾਹੀ ਵਰਤ ਰਹੇ ਨੇ ਤੇ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਨੂੰ ਸਿਰਫ ਇੰਨਾ ਕਿ ਮੁਫਤ ਵਿੱਚ ਬਿਜਲੀ ਦੇ ਦਿਓ, ਮੁਫਤ ਵਿੱਚ ਆਟਾ ਦੇ ਦਿਓ, ਮੁਫਤ ਵਿੱਚ ਦਾਲ ਦੇ ਦਿਓ, ਮੁਫਤ ਵਿੱਚ ਇਹ ਕਰ ਦਿਓ, ਤੇ ਲੋਕਾਂ ਦਾ ਧਿਆਨ ਉਸ ਪਾਸੇ ਬਣਿਆ ਪਿਆ। ਆਪ ਪੂਰੀਆਂ ਮੌਜਾਂ ਲੈ ਰਹੇ ਨੇ, ਮਹਿੰਗੇ ਭਾਅ ਗੱਡੀਆਂ ਲੈ ਰਹੇ ਨੇ, ਮਹਿੰਗੇ ਆਪਣੇ ਇਲਾਜ ਸਰਕਾਰੀ ਹਸਪਤਾਲਾਂ 'ਚ ਕਰਵਾਉਣ ਦੀ ਬਜਾਏ ਵਿਦੇਸ਼ਾਂ ਵਿੱਚ ਕਰਵਾ ਰਹੇ ਨੇ। ਨਵੇਂ ਮੁੱਖ ਮੰਤਰੀ ਦੇ ਵੀ ਸਵਾਲ ਉੱਠਣ ਲੱਗ ਗਿਆ ਉਹਦਾ ਕਿ ਪਹਿਲਿਆਂ ਬਾਰੇ ਇਹੀ ਬੋਲਦੇ ਹੁੰਦੇ ਸੀ, ਖੁਦ ਹੁਣ ਅਪੋਲੋ 'ਚ ਜਾ ਕੇ ਇਲਾਜ ਕਰਾਉਂਦੇ ਨੇ। ਬਿਲਕੁਲ, ਇਹ ਜਿਹੜਾ ਇਲਾਜ ਦਾ ਖਰਚਾ ਹੈ ਇਹ ਤਾਂ ਖਜ਼ਾਨੇ ਪਰ ਪੈਣਾ ਜੀ। ਕੋਈ ਵੀ ਜਿੰਨੇ ਵੀ ਪੋਲੀਟੀਸ਼ੀਅਨ ਹੋਏ ਨੇ, ਕਿਸੇ ਨੇ ਵੀ ਆਪਣੀ ਜੇਬ ਦੇ ਵਿੱਚੋਂ ਖਰਚਾ ਨਹੀਂ ਕਰਵਾਇਆ, ਚਾਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ, ਹੋਰ ਜਿੰਨੇ ਵੀ ਹੋਵੇ, ਚਾਹੇ ਆਈਐਸ ਅਧਿਕਾਰੀ ਨੇ, ਆਈਪੀਐਸ ਅਧਿਕਾਰੀ ਨੇ, ਕੋਈ ਹੋਰ ਵੀ ਮੁਲਾਜ਼ਮ ਨੇ, ਸਾਰਾ ਬੋਝ ਹੈ ਜਿਹੜਾ ਪੰਜਾਬ ਦੇ ਖਜ਼ਾਨੇ ਤੇ ਪੈਂਦਾ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਆ। ਜਿਹੜੇ ਅਧਿਕਾਰੀ ਆ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਜ਼ਰੂਰਤ ਆ। ਭਾਵੇਂ ਕਿ ਲੋਕਾਂ ਦੇ ਵਿੱਚ ਚੇਤਨਾ ਆਈ ਆ, ਸੋਸ਼ਲ ਮੀਡੀਆ ਦਾ ਯੁੱਗ ਆਇਆ, ਉਹਦੇ ਵਿੱਚ ਬਹੁਤ ਗੱਲਾਂ ਗਲਤ ਵੀ ਹੋ ਰਹੀਆਂ, ਬਹੁਤ ਠੀਕ ਵੀ ਹੋ ਰਹੀਆਂ, ਪਰ ਲੋਕਾਂ 'ਚ ਕੁਝ ਹੱਦ ਤੱਕ ਚੇਤਨਤਾ ਆਈ ਆ। ਇਹ ਚੇਤਨਤਾ ਹੋਰ ਆਉਣ ਦੀ ਜ਼ਰੂਰਤ ਆ। ਛਿੱਪਰ ਜੀ, ਇੱਕ ਲਗਾਤਾਰ ਕੇਂਦਰ ਦੇ ਉੱਤੇ ਦਬਾਅ ਪੈਂਦਾ ਰਿਹਾ ਕਿ GST ਵਾਲਾ ਪੈਸੇ ਦਾ ਸਾਡਾ ਬਕਾਇਆ ਨਹੀਂ ਸਮੇਂ ਸਿਰ ਮਿਲਦਾ। ਉਹ ਤੇ ਦੂਸਰਾ ਜਿਹੜਾ ਇੱਕ ਫਿਕਸ ਸੀਗਾ ਜਦੋਂ GST ਆਈ ਸੀ, ਉਹ ਹੁਣ ਬੰਦ ਹੋਣ ਜਾ ਰਿਹਾ, ਉਹਦੇ ਨਾਲ ਪੰਜਾਬ ਨੂੰ ਘਾਟਾ ਪੈਣਾ। ਇੱਕ ਪੰਜਾਬ ਦਾ ਪੈਸਾ ਫਸਿਆ ਰਹਿੰਦਾ। ਦੂਸਰਾ, ਉਹ ਪਿਛਲੀ ਵਾਰ ਕਹਿੰਦੇ ਕਿ ਜਿਹੜਾ ਪੇਂਡੂ ਡਿਵੈਲਪਮੈਂਟ ਵਾਲਾ ਫੰਡ ਵਾਲਾ ਪੈਸਾ ਸੀ, ਉਹ ਕੈਪਟਨ ਚੰਨੀ ਦੇ ਟਾਈਮ ਦੇ ਵਿੱਚ ਵੱਖ-ਵੱਖ ਕਾਰਜਾਂ 'ਚ, ਬੇਸ਼ੱਕ ਉਹ ਕਿਸਾਨਾਂ ਲਈ ਉਹ ਵਰਤਿਆ ਗਿਆ ਹੋਵੇ, ਪਰ ਉਹ ਕਹਿੰਦੇ ਇਸ ਕੰਮ ਲਈ ਨਹੀਂ ਵਰਤਿਆ ਸਕਦਾ। ਉਹਦੇ ਚੱਕਰ 'ਚ ਕੇਂਦਰ ਨੇ ਰੋਕ ਲਾਤੀ, ਬਹਾਨਾ ਮਿਲ ਗਿਆ ਉਹਨਾਂ ਨੂੰ। ਤੇ ਹੁਣ ਕਹਿੰਦੇ ਉਹ ਤਜਵੀਜ਼ਾਂ ਕਲੀਅਰ ਕਰ ਦਿੱਤੀਆਂ ਗਈਆਂ, ਉਹ ਵੀ ਪੈਸਾ ਜੇ ਫਸਿਆ ਉਹ ਵੀ ਨਹੀਂ ਆਇਆ, ਉਹਦੇ ਨਾਲ ਵੀ ਪੰਜਾਬ ਦੀ ਦਿੱਕਤਾਂ ਆ ਰਹੀਆਂ ਹੋਣਗੀਆਂ ਕੰਮ ਕਰਨ 'ਚ। ਦੇਖੋ ਜੀ, ਦੋ ਸਵਾਲ ਨੇ ਤੁਹਾਡੇ। ਇੱਕ ਤਾਂ ਜਿਹੜਾ GST ਦਾ, GST ਦਾ ਜਦੋਂ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਸੀਗੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰੇ ਸੂਬਿਆਂ ਨੂੰ 5 ਸਾਲ ਦੀ ਕੰਪਨਸੇਸ਼ਨ ਦੇਵਾਂਗੇ, ਰਾਹਤ ਦੇਵਾਂਗੇ। ਤਾਂ ਪੰਜਾਬ ਨੂੰ ਕੋਈ 14,000 ਕਰੋੜ ਰੁਪਏ ਦਾ ਜਾਣੀ ਕਿ ਜਿਹੜਾ ਉਹ ਮਿਲਦਾ ਸੀਗਾ ਸਾਲਾਨਾ, ਉਹ ਬੰਦ ਹੋ ਗਿਆ। ਉਹ ਹੁਣ ਤੁਸੀਂ ਦੇਖੋ ਉਹ ਬੰਦ ਹੋ ਗਿਆ। ਹੁਣ ਸਰਕਾਰ ਦੇ ਕੋਲ ਜਿਹੜਾ GST ਦਾ ਪੈਸਾ ਆਵੇਗਾ, ਜਿੰਨਾ ਪੰਜਾਬ ਟੈਕਸ ਲਗਾ ਸਕਦਾ ਜਿਹੜੀਆਂ ਵੱਖ-ਵੱਖ ਚੀਜ਼ਾਂ ਉੱਤੇ, ਜਿੱਥੇ ਉਹ ਪੈਸਾ ਹੁਣ ਪੰਜਾਬ ਨੂੰ ਮਿਲਣਾ। ਜਿਹੜੀ ਬਾਕੀ ਦਾ ਪੈਸਾ ਹੈ ਉਹ ਨਹੀਂ ਮਿਲਣਾ। ਹਾਂ, ਉਹ ਨੁਕਸਾਨ ਆ ਜਿਹੜਾ ਹੁਣ ਪੰਜਾਬ ਦਾ ਇੱਕ ਵੱਡਾ ਨੁਕਸਾਨ ਹੋਇਆ। ਦੂਜੇ ਪਾਸੇ ਜਿਹੜਾ RDF ਦੀ ਤੁਸੀਂ ਗੱਲ ਕੀਤੀ ਆ, ਉਹ ਜਿਹੜੀਆਂ ਆਪਣੀਆਂ ਝੋਨੇ ਤੇ ਕਣਕ ਦੀ ਜਿਹੜੀ ਫਸਲ ਆ, ਉਹਦੇ ਪਰ ਜਿਹੜਾ ਅਸੀਂ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਪੈਸਾ ਮਿਲਦਾ, ਹੋ ਸਕਦਾ ਹੋਰ ਸੂਬਿਆਂ ਨੂੰ ਵੀ ਮਿਲਦਾ। ਉਹਨੇ ਅਲੱਗ-ਅਲੱਗ ਉਹ ਲਾਇਆ। ਪੰਜਾਬ ਦਾ ਜਿਹੜਾ RDF ਆ, ਜਿਹਨੂੰ ਆਪਾਂ ਰੂਰਲ ਡਿਵੈਲਪਮੈਂਟ ਫੰਡ ਕਹਿੰਦੇ ਆ, ਉਹ ਲਗਾਤਾਰ ਮਿਲਦਾ ਆ ਰਿਹਾ। ਪਰ ਪਿਛਲੇ ਕੁਝ ਸਾਲਾਂ ਤੋਂ ਕੇਂਦਰ ਸਰਕਾਰ ਨੇ ਉਹ ਰੋਕ ਲਿਆ। ਉਹਦੇ ਵਿੱਚ ਇਹ ਕੀ ਹੋਇਆ ਕਿ ਜਿਹੜਾ ਉਹ RDF ਦਾ ਪੈਸਾ ਤਾਂ ਪਿਛਲੀਆਂ ਸਰਕਾਰਾਂ ਇਸ ਫੰਡ ਦਾ, ਇਸ ਪੈਸੇ ਦਾ ਮਿਸਯੂਜ਼ ਕਰਦੀਆਂ ਰਹੀਆਂ। ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀਗੀਆਂ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਸੀ, ਉਹ ਸਰਕਾਰ ਨੇ ਇਹ ਪੈਸਾ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡਾਂ ਦੇ ਵਿੱਚ ਸੰਗਤ ਦਰਸ਼ਨ ਲਈ ਵਰਤਿਆ। ਸੰਗਤ ਦਰਸ਼ਨ ਕੀਤੇ ਤੇ ਉੱਥੇ ਜਿਹੜਾ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ, ਉੱਥੇ ਪੈਸਾ ਖਰਚ। ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਇਹ ਪੈਸਾ ਜਿਹੜਾ ਕਿਸਾਨਾਂ ਨੂੰ ਜਿਹੜੇ ਕਰਜ਼ਾ ਮਾਫੀ ਵਾਲੀ ਗੱਲ ਕੀਤੀ ਸੀ, ਉਸ ਪਾਸੇ ਵੱਲ ਖਰਚ ਦਿੱਤਾ ਗਿਆ, ਜਿਹਦੇ ਕਰਕੇ ਕੇਂਦਰ ਸਰਕਾਰ ਨੇ ਇਹ ਪੈਸੇ ਦੇਣ ਤੇ ਰੋਕ ਲਾ ਦਿੱਤੀ। ਕਿਉਂਕਿ ਭਾਵੇਂ ਕਿ ਪੈਸਾ ਪੰਜਾਬ ਦਾ ਸੀਗਾ, ਪੰਜਾਬ ਨੂੰ ਮਿਲਣਾ ਚਾਹੀਦਾ, ਪਰ ਉਹਨਾਂ ਨੇ ਜਾਣ ਬੁੱਝ ਕੇ ਇੱਕ ਅੜੰਗਾ ਜਿਹੜਾ ਡਾ ਲਿਆ ਕਿ ਇਹ ਪੈਸੇ ਦੀ ਦੁਰਵਰਤੋਂ ਹੋ ਰਹੀ ਆ, ਕਿ ਤੁਸੀਂ ਇਹ ਫੰਡ ਦੀ ਜਿਹੜੀ ਸਿਰਫ ਮੰਡੀਆਂ ਦੇ ਵਿਕਾਸ ਵਾਸਤੇ, ਕਿਸਾਨਾਂ ਦੇ ਵਿਕਾਸ ਵਾਸਤੇ, ਪਿੰਡਾਂ ਦੀਆਂ ਜਿਹੜੀਆਂ ਸੜਕਾਂ ਉਹਨਾਂ ਵਾਸਤੇ ਉੱਥੇ ਵਰਤ ਸਕਦੇ ਨੇ। ਤੇ ਇਸ ਪੈਸੇ ਨੂੰ ਲੈਣ ਵਾਸਤੇ ਫਿਰ ਜਿਹੜੀ ਹੁਣ ਮੌਜੂਦਾ ਸਰਕਾਰ ਆ,
ਆਪਣਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆ, ਇਹਨਾਂ ਨੇ ਬਜਟ ਸੈਸ਼ਨ ਦੇ ਦੌਰਾਨ ਜਿਹੜਾ ਉਹ ਆਰਡੀਐਫ ਦਾ ਪੈਸਾ ਲੈਣ ਵਾਸਤੇ ਜਿਹੜਾ ਬਿੱਲ ਆ ਉਹਦੇ 'ਚ ਸੋਧ ਕੀਤੀ ਤੇ ਬਕਾਇਦਾ ਉਹਦੇ ਵਿੱਚ ਕਿਹਾ ਕਿ ਜਿਹੜਾ ਇਹ ਪੈਸਾ ਆਰਡੀਐਫ ਤੋਂ ਆਊਗਾ ਉਹ ਮੰਡੀਆਂ ਦੇ ਸੁਧਾਰ ਵਾਸਤੇ, ਮੰਡੀਆਂ 'ਚ ਸ਼ੈੱਡ ਬਣਾਉਣ ਵਾਸਤੇ, ਕਿਸਾਨਾਂ ਦੇ ਰਹਿਣ ਵਾਸਤੇ ਵਿਸ਼ਰਾਮ ਘਰ ਬਣਾਉਣ ਵਾਸਤੇ, ਕਿਸਾਨਾਂ ਦੇ ਸਮਾਨ ਰੱਖਣ ਵਾਸਤੇ ਜਿਹੜੇ ਬੜੇ ਗੋਦਾਮ ਹੁੰਦੇ ਨੇ ਉਹ ਬਣਾਏ ਜਾਣਗੇ। ਉਹ ਟੋਟਲ ਪੈਸਾ ਜਿਹੜਾ ਕਿਸਾਨੀ ਵਾਸਤੇ ਤੇ ਪਿੰਡਾਂ ਦੇ ਵਿਕਾਸ ਤੇ ਹੀ ਖਰਚਿਆ ਜਾਵੇਗਾ। ਹੁਣ ਜਿਹੜਾ ਉਹ 1478 ਕਰੋੜ ਰੁਪਈਆ ਜਿਹੜਾ ਪਿਛਲਾ ਖੜਾ ਉਹ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੇ ਮੰਗਿਆ ਕਿ ਅਸੀਂ ਜਿਹੜਾ ਇਹ ਕਾਨੂੰਨ ਆ ਹੁਣ ਬਣਾ ਦਿੱਤਾ, ਇਹਦੀ ਦੁਰਵਰਤੋਂ ਨਹੀਂ ਹੋਵੇਗੀ, ਸਾਨੂੰ ਉਹ ਪੈਸਾ ਜਿਹੜਾ ਦਿੱਤਾ ਜਾਵੇ। 1478 ਕਰੋੜ ਦੀ ਰਾਸ਼ੀ ਬਹੁਤ ਹੁੰਦੀ ਆ। ਜੇ ਉਹ ਰਾਸ਼ੀ ਮਿਲ ਜਾਂਦੀ ਆ ਤਾਂ ਕਿਤੇ ਨਾ ਕਿਤੇ ਜਿਹੜੀਆਂ ਮੰਡੀਆਂ ਜਾਂ ਪਿੰਡ ਆ ਜਾਂ ਜਿੱਥੇ ਸ਼ੈੱਡ ਆ ਉਹ ਕਿਸਾਨਾਂ ਵਾਸਤੇ ਬਣਾਏ ਜਾ ਸਕਦੇ। ਪ੍ਰੋਬਲਮ ਇੱਥੇ ਹੀ ਦੀਪਕ ਜੀ ਇਹੀ ਆ ਰਹੀ ਆ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਰਹੀਆਂ ਪਿਛਲੀਆਂ, ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਪੂਰਾ ਟਾਈ ਅਪ ਨਹੀਂ ਕੀਤਾ ਹੈਗਾ। ਜੇ ਪੂਰਾ ਟਾਈ ਅਪ ਕੀਤਾ ਹੋਵੇ ਤਾਂ ਜਿਹੜਾ ਆਪਣਾ ਪੰਜਾਬ ਦਾ ਸ਼ੇਅਰ ਪਾਇਆ ਹੋਵੇ ਤਾਂ ਕੇਂਦਰ ਸਰਕਾਰ ਆਪਣਾ ਸ਼ੇਅਰ ਪਾ ਕੇ ਬਹੁਤ ਸਕੀਮਾਂ ਜਿਹੜੀਆਂ ਲਾਹੇਵੰਦ ਕੀਤੀਆਂ ਜਾਂਦੀਆਂ। ਐਜੂਕੇਸ਼ਨ ਹੋ ਗਿਆ, ਹੈਲਥ ਹੋ ਗਿਆ, ਜਾਂ ਜਿਹੜੀਆਂ ਉਹ ਸੜਕਾਂ ਵਾਲੀਆਂ ਸਕੀਮਾਂ, ਉਹ ਆਪਣਾ ਪ੍ਰਧਾਨ ਮੰਤਰੀ ਰਾਹਤ ਫੰਡ ਹੋ ਗਿਆ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਹੋ ਗਈ, ਬਹੁਤ ਸਾਰੀਆਂ ਯੋਜਨਾਵਾਂ ਹੈਗੀਆਂ ਜਿਹੜੀਆਂ ਕੇਂਦਰ ਸਰਕਾਰ ਇਹ ਚੱਲ ਸਕਦੀਆਂ। ਹੁਣ 2015, 16, 17, 18 ਉਹ ਜਿਹੜਾ ਐਸਸੀ ਸਕਾਲਰਸ਼ਿਪ ਦਾ ਪੈਸਾ ਵੀ ਇਸੇ ਕਰਕੇ ਫਸਿਆ ਹੋਇਆ ਹੈ ਕਿ ਜਿਹੜੀਆਂ ਉਦੋਂ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਜਿਹੜਾ ਆਪਾਂ ਸਰਟੀਫਿਕੇਟ ਭੇਜ ਦਿੰਦੇ ਆ ਉਹ ਕੇਂਦਰ ਸਰਕਾਰ ਨੂੰ ਭੇਜਿਆ ਨਹੀਂ ਹੈਗਾ, ਜਿਹਦੇ ਕਰਕੇ ਉਹ ਪੈਸਾ ਉਦੋਂ ਦਾ ਕੇਂਦਰ ਸਰਕਾਰ ਨੇ ਰੋਕਿਆ। ਸ਼ਿਵਰ ਤੁਸੀਂ ਐਸਸੀ ਸਕਾਲਰਸ਼ਿਪ ਘਟਾਲੇ ਦੀ ਗੱਲ ਕੀਤੀ ਹੈ, ਪੰਜਾਬ ਦੀ ਪੀੜ ਹੈ ਇਹ ਕਿ ਬੱਚਿਆਂ ਨੇ ਪੜ੍ਹਾਈਆਂ ਵੀ ਪੂਰੀਆਂ ਕਰ ਲਈਆਂ, ਉਹਦੇ ਬਾਅਦ ਉਹਨੂੰ ਡਿਗਰੀਆਂ ਵੀ ਨਹੀਂ ਮਿਲ ਰਹੀਆਂ, ਨਾ ਉਹ ਅੱਗੇ ਰੁਜ਼ਗਾਰ ਲਈ ਜਾ ਪਾ ਰਹੇ ਨੇ। ਉਹ ਕਾਲਜ ਨੇ ਰੋਕਿਆ ਹੋਇਆ ਜੀ ਕਿ ਸਾਡੀਆਂ ਫੀਸਾਂ ਨਹੀਂ ਆਈਆਂ, ਅੱਧਿਆਂ ਨੂੰ ਪੇਪਰ ਦੇਣ ਤੋਂ ਵੀ ਤੰਗ ਕੀਤਾ ਗਿਆ। ਉਹ ਸਾਰਾ ਮਾਮਲਾ ਹੁਣ ਕੀ ਉਹ ਰਾਜਨੀਤਿਕ ਰੂਪ ਲੈਂਦਾ ਜਾ ਰਿਹਾ ਕਿ ਸੱਚਮੁੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦੀ, ਕਿਉਂਕਿ ਕੇਂਦਰ ਹੁਣ ਲੱਗ ਰਿਹਾ ਕਿ ਉਸ ਮਾਮਲੇ 'ਚ ਦਖਲ ਦੇ ਰਿਹਾ ਜਾਂ ਕੇਂਦਰ ਉਹ ਮਾਮਲਾ ਨਿਬੇੜਨ ਵੱਲ ਨੂੰ ਵੱਧ ਰਿਹਾ, ਚਾਹੇ ਉਹ ਸਾਂਪਲਾਂ ਵੱਲੋਂ ਚੁੱਕਿਆ ਗਿਆ ਮੁੱਦਾ ਹੋਵੇ। ਕੀ ਉਹ ਰਾਜਨੀਤੀਕਰਨ ਹੋ ਰਿਹਾ ਉਹਦਾ ਕਿ ਉਹ SC-BC ਭਾਈਚਾਰੇ ਦੀ ਵੋਟ ਤੇ ਨਜ਼ਰ ਹੈ ਤਾਂ ਉਸ ਹਵਾਲੇ ਨਾਲ, ਜਾਂ ਸੱਚਮੁੱਚ ਇਸ ਮਸਲੇ ਨਾਲ ਮਸਲਾ ਨਿਬੜੂਗਾ ਕਿ ਦੋਸ਼ੀਆਂ ਨੂੰ ਉਸ ਮਸਲੇ ਸਜ਼ਾ ਮਿਲਣ ਤੱਕ ਵਾਲੀ ਗੱਲ ਜਾਊਗੀ ਕਿ ਨਹੀਂ? ਦੀਪਕ ਜੀ ਦੇਖੋ, ਤੁਸੀਂ ਬਹੁਤ ਵਧੀਆ ਜਿਹੜਾ ਸਵਾਲ ਆ ਉਹ ਕੀਤਾ। ਉਹ ਜਿਹੜਾ ਇੱਕ SC-BC OBC ਉਹ ਭਾਈਚਾਰਾ, ਜਿਹੜੇ ਤਿੰਨ ਭਾਈਚਾਰੇ ਨੇ SC-BC ਤੇ OBC ਭਾਈਚਾਰਾ, ਉਹਨਾਂ ਦੇ ਵਿਦਿਆਰਥੀਆਂ ਦੀਆਂ ਜਿਹੜੀਆਂ ਡਿਗਰੀਆਂ ਅੱਧ ਵਿਚਾਲੇ ਰੁਕੀਆਂ ਗਈਆਂ। ਹੁਣ ਜਿਹੜਾ ਰਾਜਪਾਲ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਜਿਹੜੀ ਰਿਪੋਰਟ ਮੰਗੀ ਆ ਕਿ 2 ਲੱਖ ਵਿਦਿਆਰਥੀ ਆ ਜਿਹੜੇ ਉਹ ਕਾਲਜ ਛੱਡ ਗਏ ਨੇ। ਜਿਹੜੀ ਸਾਂਪਲੇ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਉਹੀ ਉਹਨਾਂ ਦਾ ਹੀ ਸੰਗਿਆਨ ਆ, ਜਿਹਨੂੰ ਜਾਂ ਨੋਟਿਸ ਆ ਜਿਹੜਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੇ ਲਿੱਤਾ ਹੈ, ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਆ। ਉਹ ਇਸੇ ਕਰਕੇ ਮੰਗਿਆ ਕਿ ਸਾਨੂੰ ਦੱਸਿਆ ਜਾਵੇ, ਤੇ ਉਹਨਾਂ ਨੇ ਕਿਹਾ ਕਿ ਇਹ ਸੰਵਿਧਾਨ ਦੇ ਉਲਟ ਆ ਤੇ ਜਿਹੜੇ ਉਹ SC-BC OBC ਵਿਦਿਆਰਥੀ ਨੇ ਜਾਂ ਉਹ ਪਰਿਵਾਰ ਨੇ ਉਹਨਾਂ ਨਾਲ ਅਨਿਆਏ ਹੋ ਰਿਹਾ। ਇਹ ਬਿਲਕੁਲ ਸਹੀ ਗੱਲ ਆ ਤੁਹਾਡੀ ਕਿ ਇਸ ਮੁੱਦੇ ਪਰ ਬਹੁਤ ਦੇਰ ਤੋਂ ਰਾਜਨੀਤੀ ਹੋ ਰਹੀ ਆ। ਦੇਖੋ, ਇਹ ਮਾਮਲਾ ਉਦੋਂ ਦਾ ਹੈ ਜਦੋਂ ਗੁਲਜ਼ਾਰ ਸਿੰਘ ਰਾਣੀਕੇ ਅਕਾਲੀ ਦਲ ਦੀ ਸਰਕਾਰ ਦੇ ਦਰਮਿਆਨ ਇਸ ਵਿਭਾਗ ਦੇ ਮੰਤਰੀ ਬਣੇ। ਉਦੋਂ ਤੇ ਇਹ ਸਕਾਲਰਸ਼ਿਪ ਦਾ ਜਿਹੜਾ ਸਕੈਮ ਆ ਉਹ ਵੱਖ-ਵੱਖ ਰੂਪਾਂ ਦੇ ਸ਼ੁਰੂ ਹੋ ਰਿਹਾ। ਫਿਰ ਕਾਂਗਰਸ ਸਰਕਾਰ ਨੇ ਆ ਕੇ ਬਹੁਤ ਕਾਂਗਰਸ ਪਾਰਟੀ ਨੇ ਬਹੁਤ ਹੱਲਾ ਗੁੱਲਾ ਕੀਤਾ ਕਿ ਸਾਡੀ ਸਰਕਾਰ ਆਵੇਗੀ, ਅਸੀਂ ਇਹ ਕਰ ਦਾਂਗੇ, ਚੱਕ ਦਾਂਗੇ, ਜਾਂਚ ਕਰਾਵਾਂਗੇ, ਅਸੀਂ ਆਡਿਟ ਰਿਪੋਰਟ ਕਰਾਵਾਂਗੇ। ਆਡਿਟ ਆਈ, ਕਰਵਾਈ ਗਈ, ਉਹਦੇ 'ਚ ਪਤਾ ਲੱਗਾ ਕਿ ਕਿਹੜੇ-ਕਿਹੜੇ ਕਾਲਜ ਨੇ, ਕਿਹੜੀ-ਕਿਹੜੀ ਯੂਨੀਵਰਸਿਟੀ ਨੇ ਠੱਗੀ ਮਾਰੀ ਆ। ਹੋਇਆ ਕਿਆ, ਉਹਨਾਂ ਨਾਲ ਸਾਰਿਆਂ ਨਾਲ ਸੈਟਿੰਗਾਂ ਹੋਈਆਂ। ਜੇ ਇਹ ਦੋਰਾਵਾਂ ਨਹੀਂ ਹੈਗੀਆਂ ਕਿ ਆਡਿਟ ਨਹੀਂ ਹੋਇਆ, ਆਡਿਟ ਬਿਲਕੁਲ ਹੋਇਆ, ਉੱਥੇ ਪੈਸੇ ਨਿਕਲੇਗੀ ਆ। ਫਿਰ ਉਹ ਜਿਹੜੀਆਂ ਯੂਨੀਵਰਸਿਟੀਆਂ, ਵਿਦਿਅਕ ਅਦਾਰੇ ਆ, ਉਹਨਾਂ ਦੀਆਂ ਸੈਟਿੰਗਾਂ ਹੋਈਆਂ। ਸੈਟਿੰਗਾਂ ਕਰਦਿਆਂ ਦੇ ਕਈਆਂ ਨੇ ਥੋੜ੍ਹੇ ਜਿਹੇ ਪੈਸੇ ਜਮ੍ਹਾਂ ਕਰਾਤੇ, ਕਈਆਂ ਨੇ ਇਹਨਾਂ ਨੇ ਮਾਫ ਕਰਤੇ। ਉਹਦੇ ਨਾਲ ਹੋਇਆ ਕਿਆ ਕਿ ਅਧਿਕਾਰੀਆਂ ਦੀਆਂ, ਪੋਲੀਟੀਸ਼ੀਅਨਾਂ ਦੀਆਂ ਜੇਬਾਂ ਗਰਮ ਹੋ ਗਈਆਂ, ਵਿਦਿਆਰਥੀਆਂ ਨੂੰ ਨਾ ਡਿਗਰੀਆਂ ਮਿਲੀਆਂ, ਨਾ ਉਹਨਾਂ ਦੀ ਅੱਗੇ ਪੜ੍ਹਾਈ ਹੋਈ ਆ। ਉਹ ਮਾਮਲਾ ਜਿਉਂ ਦਾ ਤਿਉਂ ਚੱਲਦਾ ਰਿਹਾ। ਹੋਇਆ ਕਿਆ ਕਿ ਜਿਹੜੀ ਪਿਛਲੀ ਸਰਕਾਰ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਸਰਕਾਰ ਦੇ ਵਿਚਕਾਰ ਦਲਿਤ ਸਮਾਜ ਦੇ ਜਿਹੜੇ ਵੱਡੇ ਆਪਣੇ ਆਪ ਨੂੰ ਖੈਰ ਖਵਾ ਕਮਾਉਣ ਵਾਲੇ ਨੇ, ਚਰਨਜੀਤ ਸਿੰਘ ਚੰਨੀ, ਡਾਕਟਰ ਰਾਜਕੁਮਾਰ ਵੇਰਕਾ ਤੇ ਸਾਧੂ ਸਿੰਘ ਧਰਮਸੋਤ, ਇਹ 3 ਆਗੂ ਨੇ ਜਿਹੜੇ ਦਲਿਤ ਸਮਾਜ ਦੇ ਆਪਣੇ ਆਪ ਨੂੰ ਵੱਡੇ ਖੈਰ ਖਵਾ ਕਹਾਉਂਦੇ ਨੇ। ਇਹਨਾਂ ਨੇ ਜਿਹੜੀ ਪਿਛਲੀ ਕੈਬਨਿਟ ਸੀਗੀ ਉਹਦੇ ਵਿੱਚ ਇਹ ਪਾਸ ਕਰ ਗਏ ਸੀਗੇ ਕਿ ਇਹਨਾਂ ਯੂਨੀਵਰਸਿਟੀਆਂ ਦੇ ਖਿਲਾਫ ਕੋਈ
ਹੁਣ ਕੇਸ ਦਰਜ ਕਰਨ ਦੀ Clean chit ਜ਼ਰੂਰਤ ਦਿੱਤੀ ਉਹਨਾਂ ਨਹੀਂ। ਨੂੰ। ਹਾਂ ਵੀ ਇਹਨਾਂ ਪਰ ਕੇਸ ਦਰਜ ਕਰਨ ਦੀ ਜ਼ਰੂਰਤ ਨਹੀਂ, ਉਲਟਾ ਜਿਹੜੀਆਂ ਯੂਨੀਵਰਸਿਟੀਆਂ ਜਿੱਥੇ ਜਾ ਕੇ ਸਾਬਕਾ ਮੁੱਖ ਮੰਤਰੀ ਭੰਗੜੇ ਪਾਉਂਦੇ ਸੀਗੇ, ਜਿਨ੍ਹਾਂ ਕੋਲ ਕਰੋੜਾਂ ਰੁਪਏ ਪੈਸੇ ਖੜੇ ਸੀਗੇ, ਉਹਨਾਂ ਵੱਲ ਵੀ ਥੋੜੀ ਜਿਹੀ ਅਮਾਉਂਟ ਆ ਜਿਹੜੀ ਉਹ ਕੱਢ ਦਿੱਤੀ ਗਈ ਕਿ ਇੰਨੀ ਅਮਾਉਂਟ ਆ ਜਿਹੜੀ ਉਹ ਜਮ੍ਹਾਂ ਕਰਵਾ ਦਿੱਤੇ। ਇਸ ਕਰਕੇ ਫਿਰ ਆਪ ਸਰਕਾਰ ਵੀ ਰੌਲਾ ਪਾਉਂਦੀ ਰਹੀ ਕਿ ਅਸੀਂ ਇਹਨਾਂ ਦਾ ਕੱਚਾ ਚਿੱਠਾ ਪੇਸ਼ ਕਰਾਂਗੇ, ਪਰ ਹੁਣ ਹਲੇ ਸਰਕਾਰ ਨੂੰ 4-4.5 ਮਹੀਨੇ ਹੋਏ ਨੇ, ਹਲੇ ਤੱਕ ਇਹਨਾਂ ਨੇ ਵੀ ਉਸ ਪਾਸੇ ਵੱਲ ਕੋਈ ਕਦਮ ਨਹੀਂ ਚੱਕਿਆ। ਹਲੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਚੱਕਣਗੇ ਕਿ ਨਹੀਂ ਚੱਕਣਗੇ। ਹਲੇ ਸਾਨੂੰ ਬਾਤ ਕਰਨ ਦੀ ਜ਼ਰੂਰਤ ਆ, ਦੇਖਣ ਦੀ ਜ਼ਰੂਰਤ ਆ ਵੀ ਇਹਦੇ ਵਿੱਚ ਕੀ ਹੋ ਰਿਹਾ। ਪਰ ਇਹ ਗੱਲ ਸਹੀ ਹੈ ਕਿ ਜਿਹੜੀ ਭਾਰਤ ਸਰਕਾਰ ਆ ਉਹ ਸਾਰਾ ਕੁਝ ਜੋ ਵੀ ਪੰਜਾਬ ਵਿੱਚ ਜੋ ਵੀ ਦੇਸ਼ ਵਿੱਚ ਹੋ ਰਿਹਾ ਉਹਨਾਂ ਦਾ ਇੱਕੋ ਇੱਕ ਟਾਰਗੇਟ ਆ, ਉਹ 2024। ਜੇ ਪੰਜਾਬ ਦੇ ਹੁਣ ਦਲਿਤ ਭਾਈਚਾਰੇ ਦੇ ਵਿਦਿਆਰਥੀਆਂ ਦਾ ਫਿਕਰ ਜਾਗ ਗਿਆ, SC BC OBC ਭਾਈਚਾਰੇ ਦੇ ਬੱਚਿਆਂ ਦਾ ਫਿਕਰ ਜਾਗ ਗਿਆ, ਤਾਂ ਉਹ ਵੋਟਾਂ ਲਈ ਹੈ। ਵੋਟਾਂ ਲਈ ਹੈ ਕਿਉਂਕਿ ਉਹ 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ। ਕੇਂਦਰ ਸਰਕਾਰ ਦਾ ਪੈਸਾ ਹੈ, ਪੈਸਾ ਕੇਂਦਰ ਸਰਕਾਰ ਦਾ ਆਇਆ ਹੋਇਆ, ਕੇਂਦਰ ਸਰਕਾਰ ਨਾਲ ਠੱਗੀ ਵੱਜੀ ਆ, ਕੇਂਦਰ ਸਰਕਾਰ ਨਾਲ ਧੋਖਾ ਹੋਇਆ। ਕੇਂਦਰ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦਰਮਿਆਨ ਉਹਨਾਂ ਨੂੰ ਨੋਟਿਸ ਕਿਉਂ ਨਹੀਂ ਭੇਜੇ, ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ, CBI ਜਾਂਚ ਕਿਉਂ ਨਹੀਂ ਕੀਤੀ। ਸ਼ਮਸ਼ੇਰ ਸਿੰਘ ਦੁੱਲੋਂ, ਪ੍ਰਤਾਪ ਸਿੰਘ ਬਾਜਵਾ ਤੇ ਹੋਰ ਜਿਹੜੇ ਨੇਤਾ ਔਰ BJP ਦੇ ਨੇਤਾ ਉਦੋਂ ਵੀ ਮੰਗ ਕਰਦੇ ਰਹੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ, CBI ਜਾਂਚ ਹੋਵੇ, ਲਿਖ ਕੇ ਦਿੰਦੇ ਰਹੇ। ਇਹ ਸਵਾਲ ਪੰਜਾਬ ਦੇ ਲੋਕ ਸਭਾ ਦੇ ਵਿੱਚ ਉੱਠੇ, ਰਾਜ ਸਭਾ ਦੇ ਵਿੱਚ ਲੋਕਾਂ ਨੇ ਉਠਾਏ। ਉਦੋਂ ਦੀ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੂੰ ਜਾਂ ਉਦੋਂ ਦੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੂੰ ਕੋਈ ਯਾਦ ਨਹੀਂ ਆਈ। ਹੁਣ ਯਾਦ ਉਦੋਂ ਹੀ ਆਈ ਹੈ ਜਦੋਂ 2024 ਸਾਹਮਣੇ ਆ। 2024 ਨੂੰ ਲੈ ਕੇ ਜਿਹੜੀਆਂ ਦੇਸ਼ ਦੇ ਵਿੱਚ ਜਿਹੜੀਆਂ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਕਿਤੇ ਵੀ ਚਲੋ ਅਸੀਂ ਇੱਕ ਆਦਿਵਾਸੀ ਔਰਤ ਨੂੰ ਰਾਸ਼ਟਰਪਤੀ ਬਣਾਇਆ ਗਿਆ, ਚਲੋ ਚੰਗੀ ਗੱਲ ਆ, ਖੁਸ਼ਕਿਸਮਤੀ ਆ ਕਿ ਉਸ ਸਮਾਜ ਨੂੰ ਨੁਮਾਇੰਦਗੀ ਮਿਲੀ। ਪਰ ਜਿਹੜੇ ਇਹ ਸਾਰੀਆਂ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਦੀਪਕ ਜੀ, ਉਹ 2024 ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾ ਰਹੀਆਂ। ਉਪ ਰਾਸ਼ਟਰਪਤੀ ਜਿਵੇਂ ਜੱਟ ਭਾਈਚਾਰੇ ਚੋਂ ਲੈਣਾ ਉਹ ਸਮਝ ਆਉਂਦੀ ਹੈ। ਉਹ ਸਾਰਾ ਕੁਝ 2024 ਦਾ ਹੈਗਾ ਵੀ ਕਿਵੇਂ ਨਾ ਕਿਵੇਂ ਕਿਤੇ ਨਾ ਕਿਤੇ ਕਰਕੇ ਉਹ ਸਾਰਾ ਕੁਝ ਜਿਹੜੀਆਂ ਆਪਣੀ ਕਹਿੰਦੇ ਹੁੰਦਾ ਪੋਟਲੀ ਆ ਉਹ ਭਰੀ ਜਾਵੇ। 2024 ਦੇ ਵਿੱਚ ਮੁੜ ਸਰਕਾਰ ਆ ਜਿਹੜੀ ਬਣਾਈ ਜਾਵੇ। ਸਿਮਰ ਜੀ, ਤੁਸੀਂ ਗੱਲ ਚਰਨਜੀਤ ਚੰਨੀ ਉਹਨਾਂ ਦੇ ਕਾਰਜਕਾਲ ਦੀ ਵੀ ਕੀਤੀ, ਉਹਨਾਂ ਦੇ ਨਾਲ ਦੇ ਮੰਤਰੀਆਂ ਦੀ ਵੀ ਕੀਤੀ, ਤੇ ਉਹਨਾਂ ਦੇ ਭਰਾ ਨੇ ਮਤਲਬ ਕਿ ਬਾਗੀ ਹੋ ਕੇ ਆਪਣੇ ਹੀ ਭਰਾ ਦੀ ਪਾਰਟੀ ਤੋਂ ਆਜ਼ਾਦ ਚੋਣ ਵੀ ਲੜ ਲਈ ਸੀ, ਤੇ ਉਹ ਆਪਣੀ ਪਹਿਲਾਂ ਹੀ ਐਡਵਾਂਸ 'ਚ ਰਿਟਾਇਰਮੈਂਟ ਅਪਲਾਈ ਕਰਕੇ ਵਿਲਾਂਭੇ ਹੋ ਗਏ, ਤੇ ਹੁਣ ਕਹਿੰਦੇ ਉਹਨਾਂ ਦੀ ਪਤਨੀ ਵੀ ਇਸੇ ਰਾਹ ਦੇ ਉੱਤੇ ਪੈ ਗਈ ਆ, ਕਹਿੰਦੇ ਸਰਕਾਰ ਨਾਲ ਕੋਈ ਪੇਚ ਫਸ ਗਿਆ। ਦੇਖੋ, ਨੋ ਡਾਊਟ ਕਿ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਪਰਿਵਾਰ ਆ ਉਹਨਾਂ ਨੇ ਰਾਜਨੀਤਿਕ ਤੌਰ ਤੇ ਇੱਕ ਵੱਡਾ ਮਕਾਮ ਹਾਸਲ ਕੀਤਾ। ਠੀਕ ਹੈ ਕਿ ਜਦੋਂ ਤੁਸੀਂ ਜ਼ਿੰਦਗੀ ਦੇ ਉਸ ਦੌਰ ਵਿੱਚ ਗੁਜ਼ਰਦੇ, ਜਿਹੜਾ ਬਚਪਨ 'ਚ ਗੁਜ਼ਰਦੇ ਆ, ਜਿਵੇਂ ਉਹ ਬਾਰ-ਬਾਰ ਕਹਿੰਦੇ ਕਿ ਉਹਨਾਂ ਨੇ ਬਹੁਤ ਗਰੀਬੀ ਹੰਢਾਈ ਆ, ਇਕੱਲੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਨਹੀਂ ਹੰਢਾਈ, ਉਹਨਾਂ ਦੇ ਮਤਲਬ ਹਾਣੀ ਸਮਕਾਲੀ ਹੋਰ ਵੀ ਬਹੁਤ ਲੋਕ ਹੋਣਗੇ ਜਿਨ੍ਹਾਂ ਨੇ ਉਹ ਦੌਰ ਵੇਖਿਆ। ਕਿੰਨੇ ਹੁਣ ਵੀ ਹੰਢਾ ਰਹੇ ਨੇ। ਮੈਂ ਗੱਲ ਕਰ ਰਿਹਾ ਕਿ ਉਹਨਾਂ ਨੇ ਉਹ ਦੌਰ ਹੰਢਾਇਆ, ਪਰ ਜਿਸ ਢੰਗ ਨਾਲ ਉਹਨਾਂ ਨੇ ਰਾਜਨੀਤਿਕ ਤੌਰ ਤੇ ਤਰੱਕੀ ਕੀਤੀ, ਉਹ ਤਰੱਕੀ ਕਰਕੇ ਪੰਜਾਬ ਦੀ ਸਭ ਤੋਂ ਟੌਪ ਦੀ ਕੁਰਸੀ ਪਰ ਬੈਠ ਗਏ। ਉਹ ਕੁਰਸੀ ਪਰ ਬੈਠ ਕੇ ਵੀ ਤੁਸੀਂ ਉਸ ਸਮਾਜ ਦਾ ਕੁਝ ਭਲਾ ਨਹੀਂ ਕਰ ਪਾਏ ਜਿਸ ਸਮਾਜ ਦੀ ਤੁਸੀਂ ਨੁਮਾਇੰਦਗੀ ਕਰਦੇ, ਜਿਸ ਬਾਰੇ ਤੁਸੀਂ ਵਿਧਾਨ ਸਭਾ ਵਿੱਚ ਕਹਿੰਦੇ ਰਹੇ। ਤੁਸੀਂ ਹਰ ਪਿੰਡਾਂ ਦੇ ਵਿੱਚ, ਹਰ ਚੋਣ ਅਖਾੜੇ ਦੇ ਵਿੱਚ, ਹਰ ਰੈਲੀ ਦੇ ਵਿੱਚ ਉਸ ਸਮਾਜ ਦੀ ਗੱਲ ਕਰਦੇ ਹੋਏ ਸਵਾਲ ਪੈਦਾ ਹੁੰਦਾ ਕਿ ਤੁਸੀਂ ਉਸ ਸਮਾਜ ਵਾਸਤੇ ਕੀ ਕੀਤਾ। ਹੁਣ ਜਿੱਥੇ ਤੱਕ ਤੁਸੀਂ ਉਹ ਕੀਤੀ ਕਿ ਉਹਨਾਂ ਦਾ ਭਰਾ ਜਿਹੜਾ ਮਨੋਹਰ ਉਹ ਬਾਗੀ ਹੋ ਕੇ ਇਲੈਕਸ਼ਨ ਲੜਿਆ, ਦੇਖੋ ਬਿਲਕੁਲ ਨਹੀਂ ਤਾਂ ਲੜਨਾ ਚਾਹੀਦਾ। ਜਦੋਂ ਤੁਸੀਂ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਆ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਇਹ ਫਰਜ਼ ਬਣਦਾ ਤਾਂ ਕਿ ਹੁੱਕ ਐਂਡ ਕਰੁੱਕ, ਜ਼ੋਰ ਪਾ ਕੇ, ਦਬਾਅ ਪਾ ਕੇ ਕਿਵੇਂ ਨਾ ਕਿਵੇਂ ਆਪਣੇ ਭਰਾ ਨੂੰ ਬਿਠਾਉਂਦਾ। ਉਹ ਭਰਾ ਜੇ ਬੈਠਿਆ ਹੁੰਦਾ, ਉਹਦਾ ਹੋ ਸਕਦਾ ਵੀ ਉਹ ਚਰਨਜੀਤ ਸਿੰਘ ਚੰਨੀ ਦਾ ਚਮਕੌਰ ਸਾਹਿਬ ਹਲਕੇ ਦੇ ਵਿੱਚ ਆ ਕੇ ਕਮਾਂਡ ਸੰਭਾਲਦਾ, ਮਦਦ ਕਰਦਾ, ਉਹਦਾ ਚੰਨੀ ਨੂੰ ਕਿਤੇ ਨਾ ਕਿਤੇ ਫਾਇਦਾ ਹੁੰਦਾ। ਹੁਣ ਚੰਨੀ ਚਮਕੌਰ ਸਾਹਿਬ ਤੋਂ ਵੀ ਹਰਿਆ, ਭਰਾ ਉੱਥੋਂ ਵੀ ਆ ਰਿਹਾ, ਤੇ ਦਿੜਵੇ ਤੋਂ ਵੀ ਹਰਿਆ, ਤੇ ਆਪਣਾ ਭਰਾ ਵੀ ਉਹਨਾਂ ਨੇ ਹਰਾ ਲਿਆ। ਕਿਤੇ ਨਾ ਕਿਤੇ ਰਾਜਨੀਤਿਕ ਤੌਰ ਤੇ ਜਿਹੜਾ ਵੱਡਾ ਨੁਕਸਾਨ ਚਰਨਜੀਤ ਸਿੰਘ ਚੰਨੀ ਦਾ ਹੋਇਆ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਭਰਪਾਈ ਆ ਜਿਹੜੀ ਹੋਣੀ ਨਹੀਂ। ਮੈਂ ਰਾਤ ਇੱਕ ਫੇਸਬੁੱਕ ਦੀਪਕ ਜੀ ਦੇਖ ਰਿਹਾ ਸੀਗਾ, ਉਹਦੇ ਵਿੱਚ TR ਸਰੰਗਲ ਨੇ, ਇੱਕ ਬਹੁਤ ਸੀਨੀਅਰ IAS ਅਧਿਕਾਰੀ ਨੇ ਜਿਹੜੇ ਪ੍ਰਮੁੱਖ ਸਕੱਤਰ ਦੇ ਅਹੁਦਿਆਂ ਤੱਕ ਉਹ ਗਏ ਨੇ, ਉਹਨਾਂ ਨੇ ਦੱਸਿਆ ਕਿ ਜਦੋਂ ਪਹਿਲੀ ਵਾਰੀ 2007 ਦੇ ਚਰਨਜੀਤ ਸਿੰਘ ਚੰਨੀ ਆਜ਼ਾਦ ਤੌਰ ਤੇ MLA ਚੁਣ ਕੇ ਆਉਂਦੇ ਨੇ, ਉਹ ਤੋਂ ਬਾਅਦ ਕੀ ਹੁੰਦਾ ਹੈ, ਫਿਰ ਉਹ ਤੋਂ ਬਾਅਦ ਇਹ ਆਪਣੇ ਭਰਾ ਦੀ ਤੇ ਭਰਜਾਈ ਦੀ ਫੇਰ ਬਦਲੀ ਨੂੰ ਲੈ ਕੇ ਜਦੋਂ ਬੀਬਾ ਲਕਸ਼ਮੀਕਾਂਤ ਚਾਵਲਾ ਹੈਲਥ ਮਿਨਿਸਟਰ ਸੀਗੇ ਉਹਨਾਂ ਕੋਲ ਜਾਂਦੇ ਆ ਕਿ ਉਹਨਾਂ ਨੇ ਵੀ ਇਹਨਾਂ ਦੀ ਬਦਲੀ ਕੀਤੀ। ਉਹ ਦੱਸਦੇ ਆ ਕਿ ਉਹਨਾਂ ਦਿਨਾਂ ਦੇ ਵਿੱਚ ਉਹ ਹੈਲਥ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਸੈਕਟਰੀ ਸੀਗੇ।
ਪਰ ਉਹਨਾਂ ਪਰ ਆ ਕੇ ਦਬਾਅ ਪਾਉਂਦੇ ਰਹੇ। ਉਹਨਾਂ ਨੇ ਕਿਹਾ ਵੀ ਮੈਂ ਨਹੀਂ ਕਰ ਸਕਦਾ ਕਿਉਂਕਿ ਬੀਬੀ ਲక్ష్ਮੀ ਕਾਂਤ ਚਾਵਲਾ ਮਾਨੀ। ਫਿਰ ਉਹਨਾਂ ਨੇ ਦਰਬਾਰਾ ਸਿੰਘ ਗੁਰੂ ਤੇ ਸਿਫਾਰਸ਼ਾਂ ਪਾਈਆਂ। ਦਰਬਾਰਾ ਸਿੰਘ ਗੁਰੂ ਬਕਾਇਦਾ ਲక్ష్ਮੀ ਕਾਂਤ ਚਾਵਲਾ ਕੋਲ ਗਿਆ ਕਿ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਭੇਜਿਆ ਕਿ ਬਦਲੀ ਕੀਤੀ ਜਾਵੇ, ਪਰ ਬੀਬੀ ਲక్ష్ਮੀ ਕਾਂਤ ਚਾਵਲਾ ਫਿਰ ਵੀ ਮੰਨੀ ਪਤਾ ਉਹ ਆਪਣੇ ਹਾਂ, ਧੁੰਦੀ ਕਿਉਂਕਿ ਉਹ ਬਾਦਲ ਪਰਿਵਾਰ ਦੀ ਪਰਵਾਹ ਨਹੀਂ ਕਰਦੇ। ਬਾਦਲ ਸਾਹਿਬ ਉਹਨਾਂ ਬਾਰੇ ਖੁਦ ਕਹਿੰਦੇ ਹੁੰਦੇ ਭਾਈ ਉਹਨਾਂ ਨੂੰ ਛੱਡ ਕੇ ਮੇਤੇ ਹੋਰ ਡਿਪਾਰਟਮੈਂਟ ਜੋ ਕੁਝ ਮਰਜ਼ੀ ਕਰਵਾ ਲਓ, ਉਹ ਨਹੀਂ ਸੀ। ਉਹ ਆਪਣੇ ਕਹਿੰਦੇ ਹੁੰਦੇ ਆ ਵੀ ਕਰਮਾਂ ਦੀ ਜਾਂ ਕਹਿ ਲਓ ਆਪਣੀਆਂ ਜਿਹੜੀਆਂ ਨੈਤਿਕ ਕਦਰਾਂ ਪਰ ਪੂਰੀ ਤਰ੍ਹਾਂ ਖੜੇ ਤੇ। ਵਿਚਾਰਧਾਰਾ ਦੇਖੋ ਕਿਸੇ ਦੀ ਵੀ ਕੋਈ ਵੱਖਰੀ ਹੋ ਜਾਂਦੀ ਆ, ਪਰ ਲక్ష్ਮੀ ਕਾਂਤ ਚਾਵਲਾ ਦੀ ਜਿਹੜੀ ਕਹਿੰਦੇ ਆ ਵੀ ਆਪਣੇ ਕਹਿਣੀ ਤੇ ਕਥਨੀ ਪਰ ਖਰੇ ਉਤਰਨੇ ਵਾਲੇ ਉਹ ਆਗੂ ਨੇ ਬੀਜੇਪੀ ਦੇ। ਤੇ ਉਦੋਂ ਦਾ ਇਹ ਮਾਮਲਾ ਉਹ ਚੱਲ ਰਿਹਾ। ਉਹਨਾਂ ਨੇ ਪੂਰੀ ਤਰ੍ਹਾਂ ਲਿਖਿਆ ਕਿ ਜਿਹੜਾ ਹੁਣ ਇਹ ਨੁਕਸਾਨ ਆ ਇਹ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਹੋਇਆ, ਇਹ ਕਦੇ ਵੀ ਭਰ ਨਹੀਂ ਹੋਣਾ। ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਬਦਲੀ ਆ ਜਿਹੜੀ ਉਹਨੇ ਨਿਚੋੜ ਜੋ ਕੱਢਿਆ ਕੋਈ ਵੀ ਰੋਕ ਨਹੀਂ ਸਕਦਾ, ਨਾ ਦਰਬਾਰਾ ਸਿੰਘ, ਨਾ ਚਰਨਜੀਤ ਸਿੰਘ ਚੰਨੀ, ਨਾ ਹੋਰ ਆ। ਇਹਦਾ ਨੁਕਸਾਨ ਆ ਜਿਹੜਾ ਚੰਨੀ ਪਰਿਵਾਰ ਨੂੰ ਉਠਾਉਣਾ ਹੀ ਪਵੇਗਾ। ਮੈਨੂੰ ਲੱਗਦਾ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਉਹਨਾਂ ਦੇ ਭਰਾ ਨੇ BRS ਲੈ ਲਈ। ਹੁਣ ਰਾਜਨੀਤਿਕ ਤੌਰ 'ਤੇ ਤਾਂ ਇਹੀ ਆ, ਜਾਂ ਤਾਂ ਤੁਸੀਂ ਮਨ ਮਾਰ ਕੇ ਜੇ ਤੁਸੀਂ ਸੱਚਮੁੱਚ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਆ, ਜੋ ਤੁਹਾਡੀ ਡਿਊਟੀ ਆ 9 ਤੋਂ 5 ਜਾਂ 9 ਤੋਂ 2 ਜਾਂ 8 ਤੋਂ 2, ਤਾਂ ਇਮਾਨਦਾਰੀ ਨਾਲ ਕਰੋ। ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਬਿਹਤਰ ਇਹੀ ਆ ਕਿ ਤੁਸੀਂ ਪ੍ਰੀ ਮੈਚੁਰ ਰਿਟਾਇਰਮੈਂਟ ਲਓ, BRS ਲਓ। BRS ਲੈ ਕੇ ਆਪਣੇ ਘਰ ਬੈਠੋ ਜਾਂ ਆਪਣਾ ਪ੍ਰਾਈਵੇਟ ਹਸਪੀਟਲ ਖੋਲ੍ਹ ਲਓ। ਜੇ ਤੁਹਾਡੇ ਕੋਲ ਕਿਸੇ ਨੇ ਆਉਣਾ ਹੋਵੇਗਾ ਤਾਂ ਆਵੇਗਾ। ਹੁਣ ਭਰਜਾਈ ਵੀ ਉਸ ਲਾਈਨ ਤੇ ਕਹਿੰਦੇ ਭਰਜਾਈ BRS ਦੀ ਲਾਈਨ 'ਚ ਲੱਗ ਗਈ ਹੈ। ਪਰ ਇਹੀ ਹੈ ਜੀ, ਮੈਂ ਤੁਹਾਨੂੰ ਇਹੀ ਦੱਸਦਾ, ਜਦੋਂ ਤੁਸੀਂ ਰਾਜਨੀਤਿਕ ਤੌਰ ਤੇ ਫਾਇਦੇ ਲਿੱਤੇ ਹੋਣ, ਤੁਹਾਡੇ ਕੋਲ ਕੰਮ ਕਰਨ ਦੀ ਬਜਾਏ ਤੁਸੀਂ ਰਾਜਨੀਤਿਕ ਸ਼ਕਤੀਆਂ ਦਾ ਪਾਲਣ ਕੀਤਾ ਹੋਵੇ, ਤੁਸੀਂ 10 ਵਜੇ ਦੀ ਬਜਾਏ ਤੁਹਾਡੀ ਡਿਊਟੀ ਆ ਤੁਸੀਂ 12 ਵਜੇ ਆਉਣਾ, 2 ਵਜੇ ਛੁੱਟੀ ਹੋਣ ਦੀ ਵਜ੍ਹਾ 1 ਵਜੇ ਹਾਜ਼ਰੀ ਲਾ ਕੇ ਚਲੇ ਜਾਣਾ, ਫਿਰ ਤੁਹਾਨੂੰ ਕੌਣ ਸੰਘੇਲੂਗਾ? ਲੋਕ ਕਿਤੇ ਨਾ ਕਿਤੇ ਤਾਂ ਕਹਿੰਦੇ ਹੁੰਦੇ ਵੀ ਸਮਾਂ ਕਰਵਟ ਲੈਂਦਾ। ਜਦੋਂ ਸਮਾਂ ਕਰਵਟ ਲੈਂਦਾ, ਬਦਲਾਅ ਆਉਂਦਾ ਹੈ ਨਾ, ਫਿਰ ਇਦਾਂ ਹੀ ਹੁੰਦਾ। ਫਿਰ ਤਾਂ ਹੀ ਤਾਂ ਕਹਿੰਦਾ ਵੀ ਲੈਣੇ ਤੇ ਦੇਣੇ ਪੈਂਦੇ ਨੇ। ਇਸ ਕਰਕੇ ਜਿਹੜਾ ਨੁਕਸਾਨ ਉਹਨਾਂ ਦਾ ਹੋ ਗਿਆ ਜਾਂ ਹੋ ਸਕਦਾ, ਮੈਨੂੰ ਲੱਗਦਾ ਇਹਦੀ ਭਰਪਾਈ ਨਾ ਕਿਤੇ ਕਰਨੀ ਪਊਗੀ। ਜਿਹੜੇ ਹੋਰ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਜਿਵੇਂ ਆਪਾਂ ਕਿਹਾ ਜਾਂਦਾ ਵੀ ਪਿੱਪਲ ਦੇ ਪੱਤਿਆ ਕਿਉਂ ਖੜ ਲਾਈ ਵੇ, ਝੜ ਗਏ ਨੇ ਪੱਤੇ ਪੁਰਾਣੇ ਰੁੱਤ ਨਵਿਆਂ ਦੀ ਆਈ ਵੇ, ਕਿ ਨਹੀਂ? ਹਰ ਜਿਹੜਾ ਰੰਗ ਆ, ਹਰ ਢੰਗ ਆ, ਉਹ ਬਦਲਦਾ ਰਹਿਣਾ। ਇਸ ਕਰਕੇ ਉਹਨਾਂ ਨੂੰ ਇਹ ਸਾਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਰਾਜਨੀਤਿਕ ਲੋਕ ਨੇ, ਚਾਹੇ ਉਹ ਅਧਿਕਾਰੀ ਨੇ, ਚਾਹੇ ਪੁਲਿਸ ਦੇ ਨੇ, ਚਾਹੇ ਪ੍ਰਸ਼ਾਸਨਿਕ, ਤੇ ਉਹਨਾਂ ਸਾਰਿਆਂ ਨੂੰ ਘੱਟੋ ਘੱਟ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਪਰਮਾਤਮਾ ਤੋਂ ਡਰ ਕੇ ਆਪਣਾ ਜੋ ਗੁਰਬਾਣੀ ਕਹਿੰਦੀ ਆ, ਜੋ ਜਿਸ ਧਰਮ ਨੂੰ ਮੰਨਣ ਵਾਲੇ ਲੋਕ ਨੇ ਉਸ ਧਰਮ ਦੀ ਪਾਲਣਾ ਕਰਦੇ ਹੋਏ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਆ। ਰਹਿਣਾ ਇੱਥੇ ਕਿਸੇ ਨੇ ਨਹੀਂ, ਇੱਕ ਨਾ ਇੱਕ ਦਿਨ ਜ਼ਿੰਦਗੀ 'ਚ ਰਹਿਣਾ। ਸਵਾਦ ਉਹਨਾਂ ਨੂੰ ਇਹ ਲੋਕ ਯਾਦ ਕਰਦੇ ਨੇ ਜਿਹੜਾ ਲੀਹ ਤੋਂ ਹਟ ਕੇ ਚਲੇ ਗਏ। ਬਿਲਕੁਲ, ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ, ਚਾਹੇ ਤੁਸੀਂ ਰਾਜਨੀਤੀ ਦੇ ਖੇਤਰ 'ਚੋਂ, ਚਾਹੇ ਤੁਸੀਂ ਪ੍ਰਸ਼ਾਸਨਿਕ ਕੁਰਸੀ ਦੇ ਉਹਦੇ 'ਚੋਂ, ਜਾਂ ਫਿਰ ਤੁਸੀਂ ਡਾਕਟਰੀ ਦੇ ਕਿੱਤੇ 'ਚੋਂ। ਸੋ ਡਾਕਟਰੀ ਪਰਿਵਾਰ ਦੇ ਵਿੱਚੋਂ ਚਰਨਜੀਤ ਚੰਨੀ ਹੋਰਾਂ ਦੇ ਭਰਾ ਨੇ, ਜਿਵੇਂ ਕਹਿੰਦੇ ਕਿ ਪਹਿਲਾਂ BRS ਲੈ ਲਈ, ਉਸੇ ਤਰ੍ਹਾਂ ਹੁਣ ਉਸੇ ਰਾਹ ਦੇ ਉੱਤੇ ਉਹਨਾਂ ਦੀ ਭਰਜਾਈ ਵੀ ਜਿਹੜੇ ਇੱਥੇ ਖਰੜ 'ਚ ਤਾਇਨਾਤ ਸੀਗੇ, ਉਹਨਾਂ ਦੀ ਕਹਿੰਦੇ ਕੱਲ੍ਹ ਬਦਲੀ ਕੀਤੀ ਹੈ। ਸੋ ਬਦਲੀ ਤੋਂ ਬਾਅਦ ਹੀ ਉਹਨਾਂ ਨੇ ਜਦੋਂ ਅਪਲਾਈ ਕਰ ਦਿੱਤਾ ਕਿ 3 ਮਹੀਨੇ ਤੋਂ ਬਾਅਦ ਮੈਂ ਵੀ ਨੌਕਰੀ ਛੱਡ ਰਹੀ ਹਾਂ। ਸੋ ਇਸ ਰਾਹ ਤੱਕ ਕਿਉਂ ਆਉਣਾ ਪਿਆ? ਕਿਸੇ ਤੋਂ ਮੁੱਖ ਮੰਤਰੀ ਦੀ ਕੁਰਸੀ ਜਾਂਦੀ ਹੈ ਤੇ ਕਿਸ ਤੋਂ ਪ੍ਰਸ਼ਾਸਨਿਕ ਅਹੁਦਿਆਂ ਦੀਆਂ ਜਾਂ ਡਾਕਟਰੀਆਂ ਵਾਲੀਆਂ ਕੁਰਸੀਆਂ ਵੀ ਜਾ ਰਹੀਆਂ ਨੇ। ਸੋ ਇਸ ਦੇ ਉੱਤੇ ਵੀ ਸੋਚਣ ਦੀ ਲੋੜ ਹੈ ਕਿ ਤੁਸੀਂ ਆਪਣੇ ਸਮਾਜ ਦਾ, ਆਪਣੇ ਪਰਿਵਾਰ ਦਾ, ਆਪਣੇ ਖਿੱਤੇ ਦਾ, ਆਪਣੇ ਇਲਾਕੇ ਦਾ ਕੀ ਕੰਮ ਸਵਾਰਿਆ। ਸੋ ਇਹਦੇ ਉੱਤੇ ਨਜ਼ਰ ਬਣੀ ਰਹੇਗੀ। ਹਰ ਪਹਿਲੂ ਲੈ ਕੇ ਹਾਜ਼ਰ ਹੋਣਾ, ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ। ਬਹੁਤ ਬਹੁਤ ਧੰਨਵਾਦ।